मॉर्निंग स्टूडेंट्स। ਅੱਜ ਆਪਾਂ ਪਲੱਸ 2 ਦੇ ਮੈਥ ਦਾ 6B ਐਕਸਰਸਾਈਜ਼ ਜਿਹੜੇ ਆਪਾਂ ਲਾਸਟ ਵੀਡੀਓ ਦੇ ਵਿੱਚ ਕੀਤਾ ਸੀਗਾ ਚੇਨ ਰੂਲ ਦੇ ਨਾਲ ਡੈਰੀਵੇਟਿਵ, ਤੇ ਹੁਣ ਆਪਾਂ ਇਹਨੂੰ ਡਾਇਰੈਕਟ ਮੈਥਡ ਦੇ ਨਾਲ ਡੈਰੀਵੇਟਿਵ ਕਰਾਂਗੇ। ਕੁਝ ਉਹਦੇ ਵਿੱਚ ਸਮ ਕਰਦੇ ਆਂ ਤੇ ਦੇਖੋ y = e ਦੀ ਪਾਵਰ x² ਦਿੱਤਾ ਹੋਇਆ ਤੁਹਾਨੂੰ ਸਟੇਟਮੈਂਟ ਦੇ ਵਿੱਚ। ਕੀ ਕਹਿੰਦੇ ਆ ਕਿ ਫਾਈਂਡ dy by dx, ਇਹ ਚੀਜ਼ ਫਾਈਂਡ ਕਰਨੀ ਆ। ਤਾਂ ਤੁਸੀਂ ਕੀ ਕਰਨਾ, ਡਿਫਰੈਂਸ਼ੀਏਟ on both sides with respect to x। ਤਾਂ ਕੀ ਆ ਜਾਣਾ, dy by dx is equal to derivative of ਕਿਹਦਾ, e ਦੀ ਪਾਵਰ x² ਦਾ। ਮੈਂ ਫਿਰ ਅੱਜ ਸ਼ਾਰਟਕਟ ਨਹੀਂ ਲਗਾਉਂਗਾ, ਪੂਰਾ ਸਮ ਕਰਾਂਗਾ ਤਾਂ ਕਿ ਤੁਹਾਨੂੰ ਜਿਨ੍ਹਾਂ ਨੇ ਲਾਸਟ ਵੀਡੀਓ ਦੇ ਵਿੱਚ ਪ੍ਰੋਬਲਮ ਆਈ ਸੀ ਉਹ ਥੋੜੀ ਬਹੁਤੀ ਪ੍ਰੋਬਲਮ ਸੈੱਟ ਹੋ ਜਾਵੇ। ਉਸ ਤੋਂ ਬਾਅਦ ਦੇਖੋ ਕੀ ਆ, e ਦੀ ਪਾਵਰ x² ਆ। e ਦੀ ਪਾਵਰ x ਦਾ ਡੈਰੀਵੇਟਿਵ ਕੀ ਹੁੰਦਾ ਆ, ਡੈਰੀਵੇਟਿਵ ਆਫ e ਦੀ ਪਾਵਰ u ਦਾ ਆਪਾਂ ਕਰਦੇ ਆ। e ਦੀ ਪਾਵਰ u ਦਾ ਕੀ ਹੁੰਦਾ, e ਦੀ ਪਾਵਰ u ਨਾਲ ਕੀ ਆ ਜਾਣਾ, ਡੈਰੀਵੇਟਿਵ ਆਫ u ਦਾ। ਮਤਲਬ ਇੱਥੇ e ਦੀ ਪਾਵਰ x² ਆ, e ਦੀ ਪਾਵਰ x² ਦਾ ਡੈਰੀਵੇਟਿਵ ਕੀ ਹੋਗਾ, e ਦੀ ਪਾਵਰ x² ਰੂਲ ਦੇ ਅਕੋਰਡਿੰਗ ਇਨਟੂ ਡੈਰੀਵੇਟਿਵ ਮਲਟੀਪਲਾਈ ਦੇ ਵਿੱਚ ਡੈਰੀਵੇਟਿਵ ਕਿਹਦਾ, ਪਾਵਰ ਦਾ, ਜੋ e ਦੀ ਪਾਵਰ ਦੇ ਵਿੱਚ ਸੀ। ਠੀਕ ਹੈ, e ਦੀ ਪਾਵਰ ਦੇ ਵਿੱਚ ਕੀ ਸੀਗਾ, x², ਉਹਦਾ ਡੈਰੀਵੇਟਿਵ ਲਾਤਾ। ਤੇ ਤੁਹਾਡੇ ਕੋਲ ਕਿੰਨਾ ਹੈ, e ਦੀ ਪਾਵਰ x² ਐਦਾਂ ਹੀ x² ਦਾ ਡੈਰੀਵੇਟਿਵ ਪਾਵਰ ਰੂਲ ਲਗਾ ਦਿਓ, 2 ਪਹਿਲਾਂ ਅੱਗੇ, ਮਤਲਬ ਆਹ ਵਾਲਾ ਰੂਲ, ਡੈਰੀਵੇਟਿਵ ਆਫ x ਦੀ ਪਾਵਰ n ਵਾਲਾ ਰੂਲ, n ਅੱਗੇ x ਦੀ ਪਾਵਰ n - 1, 2 ਅੱਗੇ x ਦੀ ਪਾਵਰ ਕਿੰਨੀ ਰਹਿ ਜਾਣੀ, 1। ਮਤਲਬ ਇਹਨੂੰ, ਇਹ ਤੁਹਾਡਾ ਬੇਸਿਕਲੀ ਉਦਾਂ ਆਨਸਰ ਆ ਗਿਆ। ਇਹਨੂੰ ਥੋੜਾ ਜਿਹਾ ਸੈੱਟ ਕਰਕੇ ਲਿਖ ਦਿੰਦੇ ਆ, 2x ਅੱਗੇ ਲਿਖ ਦਿੰਦੇ e ਦੀ ਪਾਵਰ x²। ਠੀਕ ਹੈ, ਓਕੇ। ਇਹਦਾ ਹੁਣ ਤੁਸੀਂ ਸਕਰੀਨਸ਼ਾਟ ਲੈ ਲਓ। ਨੈਕਸਟ ਸਮ ਆ ਸਾਡੇ ਕੋਲ, e ਦੀ ਪਾਵਰ y = 2 cos² 4x ਆ। ਠੀਕ ਆ, ਪਹਿਲਾਂ ਮੈਂ cos ਦਾ ਡੈਰੀਵੇਟਿਵ ਦੱਸਦਾ ਕੀ ਹੁੰਦਾ ਆ। ਡੈਰੀਵੇਟਿਵ ਆਫ cos x, cos ਦਾ ਡੈਰੀਵੇਟਿਵ ਹੁੰਦਾ ਆ sin x ਵਿਦ ਨੈਗੇਟਿਵ ਸਾਈਨ, ਅੱਗੇ ਮਾਈਨਸ ਸਾਈਨ ਆ ਜਾਣਾ ਹੈ। ਠੀਕ ਹੈ, ਹੁਣ ਫਾਈਂਡ dy by dx ਆ, ਡਿਫਰੈਂਸ਼ੀਏਟ on both sides with respect to x। ਤਾਂ dy by dx is equal to ਕਿਹਦੇ ਆ ਜਾਣਾ, 2 ਦਾ ਜੇ ਕਾਂਸਟੈਂਟ ਆ ਮਲਟੀਪਲਾਈ ਚ, ਇਸ ਕਰਕੇ ਇਹਦੇ ਤੇ ਡੈਰੀਵੇਟਿਵ ਦਾ ਕੋਈ ਫੈਕਟ ਨਹੀਂ। ਡੈਰੀਵੇਟਿਵ ਕਿਹਦਾ ਹੋਣਾ, ਕੱਲਾ ਹੀ cos² ਦਾ। ਠੀਕ ਆ, ਹੁਣ ਇੱਕ ਗੱਲ ਧਿਆਨ ਰੱਖੋ ਕਿ cos² ਆ, ਮਤਲਬ x ਦੀ ਪਾਵਰ n ਦਾ ਰੂਲ ਲੱਗਣਾ ਆ। ਮਤਲਬ ਰੂਲ ਆਹੀ ਵਾਲਾ ਲੱਗਣਾ ਆ, ਡੈਰੀਵੇਟਿਵ ਆਫ u ਦੀ ਪਾਵਰ n ਵਾਲਾ। u ਦੀ ਪਾਵਰ n ਦਾ ਡੈਰੀਵੇਟਿਵ ਕੀ ਹੁੰਦਾ ਆ, n ਅੱਗੇ u ਦੀ ਪਾਵਰ n - 1 ਇਨਟੂ ਡੈਰੀਵੇਟਿਵ u ਦਾ। ਠੀਕ ਹੈ, ਕਿਉਂਕਿ ਸਾਡੇ ਕੋਲ x ਦੀ ਜਗ੍ਹਾ ਕੀ ਆ ਗਿਆ, ਹੁਣ cos ਆ ਗਿਆ। ਰੂਲ ਤਾਂ ਪਾਵਰ ਤਾਂ ਹੈਗੀ ਆ, ਇਹਦਾ ਮਤਲਬ ਪਾਵਰ ਰੂਲ ਲਗਾਵਾਂਗੇ ਤੇ ਉਸ ਤੋਂ ਬਾਅਦ ਕੀ ਆ, ਪਾਵਰ ਰੂਲ ਲਗਾਉਣ ਦੇ ਬਾਅਦ ਟਰਮ ਛੱਡ ਦਾਂਗੇ 2, ਇਦਾਂ ਹੀ ਇੱਥੇ ਕਿੰਨਾ ਆ ਜਾਣਾ, ਪਾਵਰ ਅੱਗੇ 2 ਅੱਗੇ cos ਦੀ ਪਾਵਰ ਕਿੰਨੀ ਰਹਿ ਗਈ, 1, ਕਿਉਂਕਿ ਇੱਕ ਪਾਵਰ ਘਟਾਣੀ ਆ ਨਾ, 4x ਇਨਟੂ ਡੈਰੀਵੇਟਿਵ ਆਹ ਵਾਲਾ। ਦੇਖੋ ਮੈਂ ਆਹ ਵਾਲਾ ਰੂਲ ਲਗਾਤਾ, n ਅੱਗੇ u ਦੀ ਪਾਵਰ n - 1 ਇਨਟੂ ਡੈਰੀਵੇਟਿਵ ਕਿਹਦਾ ਹੋਣਾ, u ਦਾ। u ਦਾ ਡੈਰੀਵੇਟਿਵ ਮਤਲਬ ਇਨਟੂ ਡੈਰੀਵੇਟਿਵ ਕਿਹਦਾ, cos 4x ਦਾ। ਯਾਨੀ ਡੈਰੀਵੇਟਿਵ ਕਿਹਦਾ ਹੋਊਗਾ, cos 4x ਦਾ। 2 2 ਦਾ 4 ਹੋ ਗਏ, ਧਿਆਨ ਨਾਲ ਸਮਝਣਾ ਇਸ ਚੀਜ਼ ਨੂੰ। ਠੀਕ ਹੈ, ਤੇ ਇੱਥੇ ਕਿੰਨਾ ਬਚਿਆ, cos 4x ਏਦਾਂ ਹੀ, cos 4x ਦਾ ਆਹ ਵਾਲਾ cos 4x ਏਦਾਂ ਹੀ ਰਹਿ ਗਿਆ। ਆਹ ਵਾਲੇ cos 4x ਦਾ ਜਿਹਦਾ ਡੈਰੀਵੇਟਿਵ ਕਰਨਾ, ਉਹਦਾ ਡੈਰੀਵੇਟਿਵ ਕੀ ਹੋ ਜਾਣਾ, ਮਾਈਨਸ ਆਫ sin 4x, ਮਾਈਨਸ ਆਫ sin 4x। ਠੀਕ ਹੈ, ਹੁਣ ਧਿਆਨ ਨਾਲ ਸਮਝੋ, ਜੇ ਇੱਥੇ cos x ਪਰ ਤਾਂ ਡੈਰੀਵੇਟਿਵ ਇਹਦਾ ਮਾਈਨਸ sin x ਆਉਂਦਾ, ਜੇ ਇੱਥੇ x ਦੀ ਜਗ੍ਹਾ u ਆ ਜਾਵੇ ਤਾਂ ਉਹਦਾ ਕੀ ਹੋਣਾ, ਐਂਗਲ ਨਹੀਂ ਚੇਂਜ ਹੋਣਾ, ਐਂਗਲ ਉਹੀ ਰਹਿੰਦਾ ਹੁੰਦਾ। ਐਂਗਲ ਕਦੇ ਵੀ ਚੇਂਜ ਨਹੀਂ ਕਰਨਾ।
ਸਾਈਨ ਟ੍ਰਿਗਨੋਮੈਟਰੀ ਫੰਕਸ਼ਨ ਦਾ ਐਂਗਲ ਕਦੇ ਵੀ ਚੇਂਜ ਨਹੀਂ ਹੋਣਾ, u ਨੇ u ਹੀ ਰਹਿਣਾ, ਨਾਲ ਵੱਟ ਕੀ ਆ ਜਾਣਾ ਇਨਟੂ ਡੈਰੀਵੇਟਿਵ ਆਫ u, ਡੈਰੀਵੇਟਿਵ ਆਫ u, ਆ ਚੀਜ਼ ਆਣੀ ਆ। ਹੁਣ ਇੱਥੇ ਆਹ ਵਾਲਾ ਕਨਸੈਪਟ ਦਾ ਪਤਾ ਲੱਗ ਗਿਆ ਕਿ cos ਦਾ ਤੁਸੀਂ ਲਿਖ ਦਿੱਤਾ -sin 4x, ਪਰ ਇਨਟੂ ਡੈਰੀਵੇਟਿਵ ਕਿਹਦਾ ਆ ਜਾਣਾ ਐਂਗਲ ਦਾ, ਮਤਲਬ ਇਨਟੂ ਡੈਰੀਵੇਟਿਵ ਐਂਗਲ ਦਾ। ਮਤਲਬ ਇੱਥੇ ਉਹ ਵਾਲਾ ਕਨਸੈਪਟ ਹੈ ਕਿ ਤੁਸੀਂ ਕੋਈ ਤਿਜੋਰੀ ਖੋਲਣੀ ਆ, ਤਿਜੋਰੀ ਖੋਲਣ ਦੇ ਲਈ ਕੀ ਕਰਨਾ, ਪਹਿਲਾ ਲੌਕ ਖੋਲਣਾ, ਫਿਰ ਦੂਜਾ ਲੌਕ, ਫਿਰ ਤੀਜਾ ਲੌਕ, ਲਾਸਟ ਦੇ ਉੱਤੇ ਜਾ ਕੇ ਤੁਸੀਂ ਤਿਜੋਰੀ ਤੱਕ ਪਹੁੰਚ ਜਾਂਦੇ ਆ। ਇਹੀ ਕਨਸੈਪਟ ਇਹਦੇ ਵਿੱਚ ਕਰ ਰਹੇ ਆ ਕਿ ਪਹਿਲਾਂ ਜਿਹੜੀ ਟਰਮ ਆਈ, ਦੇਖੋ 2 ਕਨਸਟੈਂਟ ਸੀ ਉਹਨੂੰ ਬਾਹਰ ਰੱਖਤਾ, ਇੱਥੇ cos ਸਕੁਅਰ ਆ, ਜੇ ਤਾਂ ਕੱਲਾ cos ਹੁੰਦਾ ਫਿਰ ਆਪਾਂ cos ਦਾ ਡੈਰੀਵੇਟਿਵ ਲਾ ਕੇ ਨਿਕਲ ਜਾਣਾ ਸੀਗਾ, ਪਰ ਇੱਥੇ ਹੁਣ cos ਸਕੁਅਰ ਵਾ, ਸਕੁਅਰ ਆ ਗਿਆ ਇਹਦਾ ਮਤਲਬ ਪਾਵਰ ਆ ਗਈ, ਜੇ ਪਾਵਰ ਆ ਗਈ ਤੇ ਇਹਦਾ ਮਤਲਬ ਕਿਹੜਾ ਰੂਲ ਲੱਗਣਾ, ਪਾਵਰ ਰੂਲ। ਪਾਵਰ ਰੂਲ ਲਗਾਤਾ ਕਿ 2 ਅੱਗੇ ਆ ਗਿਆ, ਪਾਵਰ ਅੱਗੇ ਆ ਗਈ, ਇਨਟੂ ਪਾਵਰ ਜਿਹੜੀ ਵੀ ਟਰਮ ਸੀਗੀ ਉਹਦੀ ਪਾਵਰ 1 ਘਟ ਜਾਣੀ, 2 1 ਕੀਤਾ 1 ਆ ਗਿਆ, ਇਹ ਚੀਜ਼ ਹੋ ਗਈ। ਹੁਣ ਇੱਥੇ u ਫਿਰ ਇਨਟੂ ਡੈਰੀਵੇਟਿਵ, ਪਾਵਰ ਛੱਡ ਦੇਣੀ ਅੰਦਰ ਵਾਲੀ ਟਰਮ ਦਾ, ਪਾਵਰ ਛੱਡ ਦਿੱਤੀ, ਅੰਦਰ ਵਾਲੀ ਟਰਮ ਕੌਣ ਸੀਗੀ cos 4x, ਉਹਦਾ ਡੈਰੀਵੇਟਿਵ ਕਰਤਾ, cos 4x ਦਾ ਡੈਰੀਵੇਟਿਵ ਕਿੰਨਾ ਆ ਗਿਆ -sin 4x, sin 4x ਆ ਗਿਆ, ਇਨਟੂ ਡੈਰੀਵੇਟਿਵ ਕੀ ਕੀਤਾ ਆਪਾਂ ਐਂਗਲ ਦਾ, sin ਛੱਡ ਮਤਲਬ cos ਛੱਡ ਦਿੱਤਾ, ਕੱਲੇ ਐਂਗਲ ਦਾ ਡੈਰੀਵੇਟਿਵ ਕੀਤਾ, ਠੀਕ ਹੈ। 4 as it is cos 4x, ਆ ਜਿਹੜਾ -sin ਅੱਗੇ ਆ ਗਿਆ ਇਨਟੂ sin 4x, ਤੇ ਆ ਜਿਹੜਾ 4 ਆ 4x ਦਾ ਡੈਰੀਵੇਟਿਵ ਧਿਆਨ ਨਾਲ ਦੇਖੋ, 4 ਬਾਹਰ ਆ ਜਾਣਾ, ਕੱਲਾ ਬਚਣਾ ਕਿਹਦਾ ਡੈਰੀਵੇਟਿਵ x ਦਾ, ਤੇ x ਦਾ ਡੈਰੀਵੇਟਿਵ ਕਿੰਨਾ ਹੁੰਦਾ 1, ਵਿਦ ਰਿਸਪੈਕਟ ਟੂ x ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ x ਕਿੰਨਾ ਹੁੰਦਾ 1, ਇਹਦਾ ਮਤਲਬ ਇਹਦਾ ਆਨਸਰ ਕਿੰਨਾ ਆ ਜਾਣਾ 4 ਆ ਜਾਣਾ। 4 4 ਦਾ 16 ਮਾਈਨਸ ਦੇ 16 cos 4x into sin 4x, ਇਹ ਤੁਹਾਡੇ ਕੋਲ ਆਨਸਰ ਆ ਗਿਆ। ਇਹ ਤੋਂ ਅੱਗੇ ਫਾਰਮੂਲਾ ਵੀ ਬਣਾ ਸਕਦੇ, ਪਰ ਮੈਂ ਉਹ ਉੱਥੇ ਤੱਕ ਨਹੀਂ ਹੱਲੇ ਜਾਣਾ ਹੈਗਾ, ਹੱਲੇ ਕਨਸੈਪਟ ਇੱਥੇ ਤੱਕ ਤੁਹਾਨੂੰ ਸਮਝਾਣਾ। ਹੁਣ ਦੁਬਾਰਾ ਇੱਕ ਵਾਰੀ ਫਿਰ ਇਸ ਸਮ ਨੂੰ ਦੇਖੋ, ਸਾਡੇ ਕੋਲ ਆਹ ਵਾਲੀ ਟਰਮ ਸੀਗੀ 2 cos ਸਕੁਅਰ 4x, ਇਹਦਾ ਡੈਰੀਵੇਟਿਵ ਫਾਈਂਡ ਕਰਨਾ, ਆਪਾਂ ਰੂਲ ਲਗਾਇਆ ਡੈਰੀਵੇਟਿਵ ਔਨ ਬੋਥ ਸਾਈਡ, ਡਿਫਰੈਂਸ਼ੀਏਟ ਕਰਤਾ, y ਵਾਲੀ ਸਾਈਡ ਕੀ ਆ ਗਿਆ dy/dx, ਇਧਰ ਆ 2 ਕਾਂਸਟੈਂਟ ਸੀਗਾ ਮਲਟੀਪਲਾਈ ਚ, ਇਸ ਕਰਕੇ ਇਹ ਅੱਗੇ ਰਹਿ ਕੇ ਕੱਲਾ ਡੈਰੀਵੇਟਿਵ ਕਿਹੜਾ ਹੋਣਾ x ਵਾਲੀ ਟਰਮ ਦਾ, x ਵਾਲੀ ਟਰਮ ਹੁਣ ਕੌਣ ਸੀ cos ਸਕੁਅਰ 4x, ਠੀਕ ਆ। ਅਸੀਂ ਕੀ ਕੀਤਾ cos ਸਕੁਅਰ ਆ ਗਿਆ, cos ਸਕੁਅਰ ਮਤਲਬ ਪਾਵਰ ਬਣ ਗਈ, ਜੇ ਪਾਵਰ ਬਣ ਗਈ ਤਾਂ ਫਿਰ ਕਿਹੜਾ ਰੂਲ ਲੱਗਣਾ ਪਾਵਰ ਰੂਲ, ਆਪਾਂ ਕਿਹੜਾ ਰੂਲ ਲਗਾਇਆ ਪਾਵਰ ਰੂਲ ਲਗਾਇਆ, u ਦੀ ਪਾਵਰ n ਵਾਲਾ। u ਦੀ ਪਾਵਰ n ਦਾ ਰੂਲ ਕੀ ਹੁੰਦਾ, n ਅੱਗੇ ਆ ਜਾਣਾ, u ਦੀ ਪਾਵਰ ਕੀ ਰਹਿ ਜਾਣੀ n - 1, ਮਤਲਬ ਜਿਹੜੇ u ਸੀਗੀ ਉਹਦੀ ਇੱਕ ਪਾਵਰ ਘਟ ਗਈ, ਇਨਟੂ ਡੈਰੀਵੇਟਿਵ, ਪਾਵਰ ਛੱਡ ਦੋ ਕੱਲੇ u ਦਾ ਡੈਰੀਵੇਟਿਵ, ਅਸੀਂ ਉਹੀ ਕੀਤਾ। ਇੱਥੇ ਪਾਵਰ ਰੂਲ ਲਗਾ ਗਿਆ, 2 ਅੱਗੇ ਆ ਗਿਆ, cos ਦੀ ਪਾਵਰ ਕਿੰਨੀ ਰਹਿ ਗਈ 1, ਇਹ ਖਤਮ ਹੋ ਗਿਆ, ਇਨਟੂ ਡੈਰੀਵੇਟਿਵ u ਵਾਲਾ ਕਨਸੈਪਟ ਲਗਾ ਕੇ ਇਨਟੂ ਡੈਰੀਵੇਟਿਵ ਇਹਦੀ ਪਾਵਰ ਛੱਡ ਦਿੱਤੀ 2 cos 4x ਦਾ, ਅੰਡਰਸਟੈਂਡ। cos ਦਾ ਡੈਰੀਵੇਟਿਵ ਕੀ ਹੁੰਦਾ -sin ਆਪਾਂ ਲਗਾ ਲਿਆ, ਓਕੇ। ਜਦੋਂ -sin ਲਗਾਇਆ, ਐਂਗਲ ਇੱਥੇ ਫੇਰ x ਦੀ ਜਗ੍ਹਾ ਕੀ ਸੀਗਾ 4x, ਇਨਟੂ ਡੈਰੀਵੇਟਿਵ, ਪਹਿਲਾ ਐਂਗਲ ਨਹੀਂ ਦੇਖੋ ਚੇਂਜ ਕੀਤਾ, cos ਦਾ ਐਂਗਲ ਕੀ ਸੀਗਾ 4x, cos ਦਾ sin ਦਾ ਐਂਗਲ ਵੀ 4x, ਪਰ ਹੁਣ ਕੀ ਕੀਤਾ ਐਂਗਲ ਉਹੀ ਰੱਖਿਆ, ਇਨਟੂ cos ਛੱਡ ਦਿੱਤਾ, ਕੱਲੇ ਐਂਗਲ ਦਾ ਡੈਰੀਵੇਟਿਵ ਕਰਤਾ, ਠੀਕ ਹੈ। ਮਤਲਬ ਕਹਿਣ ਦਾ ਭਾਵ ਮੈਂ ਇਹ ਕਹਿ ਰਿਹਾ ਆ ਕਿ ਜ਼ਿਆਦਾਤਰ ਨਿਆਣੇ ਗਲਤੀ ਪਤਾ ਕੀ ਕਰਦੇ ਆ, ਨਿਆਣੇ ਗਲਤੀ ਇੱਥੇ ਇਹ ਕਰਦੇ ਆ ਕਿ ਜਦੋਂ ਤੁਸੀਂ ਇਹਦਾ ਡੈਰੀਵੇਟਿਵ ਕਰਦੇ ਆ, cos 4x ਦਾ ਡੈਰੀਵੇਟਿਵ ਕੀਤਾ, ਤੁਸੀਂ ਕੀ ਲਿਖ ਦਿੰਦੇ -sin 4 into 1, that is wrong, ਇਹ wrong ਆ। ਕਿਉਂ wrong ਆ ਕਿ ਸਾਡੇ ਕੋਲ ਐਂਗਲ ਨੂੰ ਚੇਂਜ ਕਰਨ ਦੀ ਅਥਾਰਟੀ ਨਹੀਂ ਹੈਗੀ, ਐਂਗਲ ਜੋ ਹੈਗਾ 4x ਆ ਤਾਂ 4x ਹੀ ਐਂਗਲ ਰੱਖਣਾ, ਇੱਥੇ sin ਦਾ ਐਂਗਲ ਕੀ ਆਣਾ 4x ਆਉਣਾ, ਇਨਟੂ ਡੈਰੀਵੇਟਿਵ sin ਛੱਡ ਦੇਣਾ, ਕੱਲੇ 4x ਦਾ ਡੈਰੀਵੇਟਿਵ, ਅੰਡਰਸਟੈਂਡ। 4x ਦਾ ਡੈਰੀਵੇਟਿਵ 4 ਆ ਗਿਆ ਤੇ ਤੁਹਾਡੇ ਕੋਲ ਇਹ ਵਾਲਾ ਆਨਸਰ ਆ ਜਾਣਾ, ਓਕੇ। ਹੁਣ ਤੁਸੀਂ ਸਕਰੀਨਸ਼ਾਟ ਇਹਦਾ ਲੈ ਸਕਦੇ ਹੋ। देखो राजे नेक्स्ट सम साडे को हैगा y इक्वल टू log base 7, log 7 मतलब बेस ਉਹਦਾ 7 ਹੈ, ਅੰਦਰ ਹੈਗਾ log x। ਇਹਦੇ ਤੇ ਆਪਾਂ ਰੂਲ ਕਿਹੜਾ ਲਗਾਣਾ ਹੈ log ਵਾਲਾ। ਪਹਿਲਾਂ ਤਾਂ log ਵਾਲਾ
ਡੈਰੀਵੇਟਿਵ ਕੀ ਹੁੰਦਾ u ਵਾਲਾ ਆਪਾਂ ਲਗਾਵਾਂਗੇ log u ਇਜ਼ ਇਕੁਅਲ ਟੂ ਕਿਹਦੇ ਹੋਊਗਾ 1 ਓਵਰ u ਇਨਟੂ ਡੈਰੀਵੇਟਿਵ du by dx ਕਿਉਂਕਿ ਜੇ x ਹੋਵੇ ਫਿਰ ਸਿੱਧਾ 1 ਓਵਰ x ਆ ਜਾਂਦਾ ਪਰ ਇੱਥੇ ਜੇ u ਆ ਤਾਂ ਉਹਦਾ ਨਾਲ ਕੀ ਹੋਣਾ du by dx ਮਤਲਬ u ਦਾ ਡੈਰੀਵੇਟਿਵ ਵੱਖਰਾ। ਪਰ ਹੁਣ ਇੱਥੇ ਬੇਸ ਵੀ ਚੇਂਜ ਵਾ ਜੇ ਰਾਜੇ ਬੇਸ ਚੇਂਜ ਆ ਤਾਂ ਫਿਰ ਇਦਾਂ ਦੇ ਬੇਸ ਵਾਲੇ ਦਾ ਜਿਹੜਾ ਡੈਰੀਵੇਟਿਵ ਜਿੱਦਾਂ log ਬੇਸ a u ਹੋਵੇ ਬੇਸ ਇਹਦਾ a ਹੋਵੇ ਠੀਕ ਆ ਮਤਲਬ ਬੇਸ ਨੈਚੁਰਲ ਬੇਸ e ਦੀ ਜਗ੍ਹਾ ਬੇਸ a ਆ ਗਿਆ ਤਾਂ ਤੁਹਾਡੇ ਕੋਲ ਪੁੱਤੇ ਦਾ ਕੀ ਆਨਸਰ ਆਊਗਾ 1 ਓਵਰ u ਏਦਾਂ ਹੀ du by dx ਕਨਸੈਪਟ ਉਹੀ ਇਨਟੂ 1 ਓਵਰ log ਬੇਸ log a ਸੌਰੀ log a ਯਾਨੀ ਕਿ log a ਨਾਲ ਮਲਟੀਪਲਾਈ ਹੋਣਾ ਆ ਠੀਕ ਆ ਇਹ ਵਾਲਾ ਫਾਰਮੂਲਾ ਲੱਗਣਾ। ਹੁਣ ਇਹਨੂੰ ਕਰਾਂਗੇ differentiate on both sides with respect to ਕੀ ਆ x ਆ ਲਾਈਨ ਜ਼ਰੂਰ ਲਿਖਣੀ ਹੈ ਜੇ ਨਹੀਂ ਲਿਖਦੇ ਤਾਂ ਨੰਬਰ ਕੱਟ ਹੋ ਜਾਣੇ dy by dx is equal to ਡੈਰੀਵੇਟਿਵ ਕਿਹਦਾ ਆ ਜਾਣਾ log base 7 log x ਦਾ ਆ ਚੀਜ਼ ਹੁਣ ਧਿਆਨ ਨਾਲ ਸਮਝੋ log base 7 ਇਹਨੂੰ ਆਪਣੇ ਦਿਮਾਗ ਚੋਂ ਹੱਲੇ ਕੱਢ ਦਿਓ base 7 ਨੂੰ ਹੱਲੇ ਆਪਣੇ ਦਿਮਾਗ ਚੋਂ ਕੱਢ ਦਿਓ log of log x ਆ ਮਤਲਬ log u ਆ ਗਿਆ log u ਦੇ ਲਈ ਆ ਪਹਿਲੇ log ਦਾ ਪਹਿਲਾ ਡੈਰੀਵੇਟਿਵ ਦੱਸੋ ਕੀ ਆ ਗਿਆ ਪਹਿਲੇ log ਦਾ ਡੈਰੀਵੇਟਿਵ ਕੀ ਆਊਗਾ ਫਸਟ log ਦਾ ਡੈਰੀਵੇਟਿਵ ਆਊਗਾ ਕੀ ਆਊਗਾ 1 ਓਵਰ ਅੰਦਰ ਜੋ ਵੀ ਹੈਗਾ 1 ਓਵਰ u ਆ ਨਾ ਮਤਲਬ 1 ਓਵਰ ਅੰਦਰ ਜੋ ਵੀ ਹੈ 1 ਓਵਰ ਕੀ ਆ ਜਾਣਾ log x ਠੀਕ ਹੈ ਇਨਟੂ ਡੈਰੀਵੇਟਿਵ ਆ log ਦਾ ਕੰਮ ਖਤਮ ਹੋ ਗਿਆ ਹੁਣ ਕਿਹਦਾ ਡੈਰੀਵੇਟਿਵ ਆਣਾ ਅੰਦਰ ਵਾਲੇ log ਦਾ ਮਤਲਬ u ਦਾ ਆਹ ਵਾਲੀ ਟਰਮ ਦਾ ਸਮਝ ਲੱਗੀ ਗੱਲ ਦੇਖੋ log of u ਸੀਗਾ ਇਹਦਾ ਕੀ ਹੁੰਦਾ 1 ਓਵਰ u ਮਤਲਬ 1 ਓਵਰ ਅੰਦਰ ਜੋ ਵੀ ਹੈਗਾ ਠੀਕ ਆ ਮਤਲਬ 1 ਓਵਰ log ਦੇ ਅੰਦਰ ਕੌਣ ਸੀਗਾ log x log a ਸੀਗਾ 1 ਓਵਰ log x ਇਨਟੂ ਡੈਰੀਵੇਟਿਵ ਪਹਿਲੇ ਤਾਂ log ਦਾ ਕੰਮ ਖਤਮ ਹੋ ਗਿਆ ਇਨਟੂ ਡੈਰੀਵੇਟਿਵ ਅੰਦਰ ਵਾਲੀ ਟਰਮ ਦਾ ਅੰਦਰ ਵਾਲੀ ਟਰਮ ਕੀ ਆ log x ਹੁਣ ਇਹਦਾ ਰਾਜੇ ਬੇਸ ਵੀ ਕੀ ਸੀਗਾ 7 ਸੀਗਾ ਠੀਕ ਆ ਹੁਣ ਇਹਦਾ ਬੇਸ 7 ਸੀਗਾ ਤੇ 1 ਓਵਰ log 7 1 ਓਵਰ log 7 ਦੇ ਨਾਲ ਮਲਟੀਪਲਾਈ ਹੋ ਗਿਆ ਓਕੇ ਠੀਕ ਹੈ 1 ਓਵਰ log x ਏਦਾਂ ਹੀ ਆ 1 ਓਵਰ log x ਏਦਾਂ ਹੀ ਇਨਟੂ log x ਦਾ ਡੈਰੀਵੇਟਿਵ 1 ਓਵਰ x ਇਨਟੂ 1 ਓਵਰ log 7 ਐਜ਼ ਇਟ ਜੋ ਸੀਗਾ ਮਤਲਬ ਇਹਦਾ ਆਨਸਰ ਕਿੰਨਾ ਆ ਗਿਆ 1 ਓਵਰ log 7 ਇਸ ਤਰ੍ਹਾਂ ਲਿਖਦੇ ਆ x log x ਤੇ log 7 ਠੀਕ ਹੈ ਜੀ ਮਤਲਬ ਉਹੀ ਕਨਸੈਪਟ ਕਿ ਸਟੈਪ ਬਾय ਸਟੈਪ ਅੱਗੇ ਵਧਦੇ ਜਾਣਾ ਜੋ ਟਰਮ ਜਿਸ ਤਰ੍ਹਾਂ ਆਈ ਜਾਂਦੀ ਹੈ ਉਸ ਤਰ੍ਹਾਂ ਉਹਦਾ ਡੈਰੀਵੇਟਿਵ ਕਰੀ ਜਾਣਾ ਸਕਰੀਨਸ਼ਾਟ ਲੈ ਲਓ ਇਹਦਾ ਹੁਣ ਰਾਜੇ ਦੇਖੋ ਨੈਕਸਟ ਸਮ ਸਾਡੇ ਕੋਲ ਇਸ ਤਰ੍ਹਾਂ ਦਾ ਆ y ਅੰਡਰ ਰੂਟ ਦੇ ਅੰਦਰ ਆ ਚੀਜ਼ ਲਗਾਈ ਹੋਈ ਆ ਇਹਦਾ ਮਤਲਬ ਜਦੋਂ ਅੰਡਰ ਰੂਟ ਦੇ ਅੰਦਰ ਇਹ ਚੀਜ਼ ਲਗਾ ਦਿੱਤੀ ਇਹਦਾ ਮਤਲਬ ਹੁੰਦਾ ਕਿਹੜੀ ਚੀਜ਼ ਆ ਇਹ ਹੈਗਾ ਕਿਊਬ ਰੂਟ ਆ ਕਿਊਬ ਰੂਟ ਮਤਲਬ y ਇਹਨੂੰ ਪਹਿਲਾਂ ਲਿਖਾਂਗੇ 2x ਦੀ ਪਾਵਰ 4 plus x square minus x ਦੀ ਪਾਵਰ 1/3 ਕਿਊਬ ਰੂਟ ਹੁੰਦਾ ਪਾਵਰ 1/3 ਆ ਹੁਣ ਇਹਦੇ ਤੇ ਡਿਫਰੈਂਸ਼ੀਏਟ ਕਰੋ ਡਿਫਰੈਂਸ਼ੀਏਟ ਔਨ both side with respect to x both side ਨੂੰ ਮੈਂ ਸ਼ਾਰਟ ਫਾਰਮ ਚ ਲਿਖਦਾ b.s ਠੀਕ ਹੈ ਤੇ ਇਹਦਾ dy by dx is equal to ਡੈਰੀਵੇਟਿਵ ਕਿਹਦਾ 2x ਦੀ ਪਾਵਰ 4 plus x square minus x ਦੀ ਪਾਵਰ 1/3 ਹੁਣ ਧਿਆਨ ਨਾਲ ਦੇਖੋ ਫਿਰ ਕਿਹੜਾ ਰੂਲ ਲੱਗਣਾ ਇੱਥੇ ਡੈਰੀਵੇਟਿਵ ਆਫ u ਦੀ ਪਾਵਰ n ਦਾ n ਅੱਗੇ u ਦੀ ਪਾਵਰ ਕਿੰਨੀ ਬਚੀ n 1 ਇਨਟੂ ਡੈਰੀਵੇਟਿਵ ਕੱਲੇ u ਦਾ ਆ ਚੀਜ਼ ਮਤਲਬ ਠੀਕ ਆ
ਹੁਣ ਇਹਦਾ ਮਤਲਬ ਕੀ ਆ, ਪਾਵਰ ਅੱਗੇ ਲਿਖੋ ਪਹਿਲਾਂ, ਪਾਵਰ 1/3 ਅੱਗੇ, ਇਹਦੀ ਪਾਵਰ ਕਿੰਨੀ ਆਈ, 2x ਦੀ ਪਾਵਰ 4 ਪਲੱਸ x ਸਕੁਅਰ ਮਾਈਨਸ x, ਮਤਲਬ ਅੰਦਰ ਵਾਲੀ ਟਰਮ ਨੂੰ ਛੇੜਿਆ ਨਹੀਂ ਹਾਲੇ, ਉਹਦੀ ਜੋ ਪਾਵਰ ਬਣਦੀ ਹੈ 1/3 ਮਾਈਨਸ 1, ਇੱਕ ਪਾਵਰ ਘਟਾਤੀ, ਇਨਟੂ ਡੈਰੀਵੇਟਿਵ ਅੰਦਰ ਵਾਲੀ ਟਰਮ ਦਾ, ਪਾਵਰ ਛੱਡ ਦੋ, ਅੰਦਰ ਵਾਲੀ ਟਰਮ ਦਾ ਡੈਰੀਵੇਟਿਵ, ਅੰਦਰ ਵਾਲੀ ਟਰਮ ਕੀ ਹੈ 2x ਦੀ ਪਾਵਰ 4 ਪਲੱਸ x ਸਕੁਅਰ ਮਾਈਨਸ x, ਓਕੇ 1/3 ਏਦਾਂ ਹੀ, 2x ਦੀ ਪਾਵਰ 4 ਪਲੱਸ x ਸਕੁਅਰ ਮਾਈਨਸ x ਏਦਾਂ ਹੀ, ਮਤਲਬ ਆ ਫਸਟ ਟਰਮ ਏਦਾਂ ਹੀ, ਇਹਦੀ ਪਾਵਰ ਕਿੰਨੀ ਬਣਨੀ ਆ, ਇਹਦਾ ਲੈ ਲਓ ਐਲਸੀਐਮ, ਇਹਦਾ ਐਲਸੀਐਮ ਕਿੱਦਾਂ ਕੀਤਾ 1/3 ਮਾਈਨਸ 1 ਆ, ਐਲਸੀਐਮ ਕਿੰਨਾ ਆ ਗਿਆ 3, 1 ਮਾਈਨਸ 3, ਮਤਲਬ ਸੋਲਵ ਕਰਕੇ ਕਿੰਨਾ ਆ ਗਿਆ ਮਾਈਨਸ ਦਾ 2/3, ਮਤਲਬ ਪਾਵਰ ਇਹਦੀ ਕਿੰਨੀ ਆ ਗਈ ਮਾਈਨਸ ਦਾ 2/3 ਇਨਟੂ ਡੈਰੀਵੇਟਿਵ ਆ ਵਾਲੀ ਟਰਮ ਦਾ, ਇਹਦਾ ਡੈਰੀਵੇਟਿਵ ਧਿਆਨ ਨਾਲ ਦੇਖੋ ਹੁਣ ਕਿੱਦਾਂ ਕਰਨਾ ਆ, 2 ਹੈਗਾ ਕਾਂਸਟੈਂਟ ਮਲਟੀਪਲਾਈ ਚ, ਇਹਨੂੰ ਕੁਝ ਨਹੀਂ ਕਹਿਣਾ ਹੈਗਾ, ਡੈਰੀਵੇਟਿਵ ਕਿਹਦਾ ਰਹਿ ਜਾਣਾ ਕੱਲਾ ਹੀ x ਦੀ ਪਾਵਰ 4 ਦਾ, ਪਲੱਸ ਡੈਰੀਵੇਟਿਵ ਕਿਹਦਾ ਆ ਜਾਣਾ x ਸਕੁਅਰ ਦਾ, ਫਿਰ ਮਾਈਨਸ ਡੈਰੀਵੇਟਿਵ ਕਿਹਦਾ ਆ ਜਾਣਾ x ਦਾ। ਮੈਂ ਸ਼ਾਰਟਕਟ ਵੀ ਕਰ ਸਕਦਾ ਸੀਗਾ, ਪਰ ਮੈਂ ਫਿਰ ਦੱਸ ਰਿਹਾ ਕਿ ਅੱਜ ਮੈਂ ਸ਼ਾਰਟਕਟ ਨਹੀਂ ਕਰਨੇ ਹੈਗੇ, ਪੂਰਾ ਸਮ ਕਰ ਰਿਹਾ ਆ ਪ੍ਰੋਪਰ ਵੇ ਦੇ ਵਿੱਚ। ਕਿੰਨਾ ਜਾਣਾ 2x ਦੀ ਪਾਵਰ 4 ਪਲੱਸ x ਸਕੁਅਰ ਮਾਈਨਸ x ਦੀ ਪਾਵਰ ਕਿੰਨੀ ਆ ਜਾਣੀ 2/3, ਇਹਦਾ ਕਿੰਨਾ ਆ ਜਾਣਾ 4, ਪਹਿਲਾਂ ਅੱਗੇ 4 ਦੂਣੀ 8 ਹੋ ਜਾਣੇ, 4 2 8, x ਦੀ ਪਾਵਰ ਕਿੰਨੀ ਬਚੀ 3 ਪਲੱਸ x ਸਕੁਅਰ ਦਾ ਡੈਰੀਵੇਟਿਵ 2x ਮਾਈਨਸ x ਦਾ ਡੈਰੀਵੇਟਿਵ 1, that is your answer। ਤੁਸੀਂ ਇਹਨੂੰ ਕਰ ਸਕਦੇ ਆ ਮਾਈਨਸ ਵਾ ਪਾਵਰ ਨੀਚੇ ਵੀ ਲੈ ਕੇ ਜਾ ਸਕਦੇ ਆ, ਪਾਵਰ ਪਲੱਸ ਦੀ ਕਰਨ ਦੇ ਵਿੱਚ, ਓਕੇ। ਇਹਦਾ ਸਕਰੀਨਸ਼ਾਟ ਲਵੋ। ਨੈਕਸਟ ਸਮ ਦੇਖੋ ਰਾਜੇ, ਇਸ ਤਰ੍ਹਾਂ ਦਾ ਆ, ਅੰਡਰੂਟ ਆ, ਇਹਦਾ ਮਤਲਬ ਪਾਵਰ ਕਿੰਨੀ ਹੈ 1/2। ਬੇਸਿਕਲੀ ਉਦਾਂ ਤਾਂ ਤੁਸੀਂ ਆਹ ਵਾਲੀ ਰੂਲ ਕੀਤਾ ਹੋਇਆ ਆ +1 ਦੇ ਵਿੱਚ ਕਿ ਅੰਡਰੂਟ x ਦਾ ਜਿਹੜਾ ਡੈਰੀਵੇਟਿਵ ਹੁੰਦਾ ਕਿੰਨਾ ਹੁੰਦਾ 1/2 ਅੰਡਰੂਟ ਦੇ ਵਿੱਚ ਜੋ ਵੀ ਹੈ 1/2 ਰੂਟ x, ਠੀਕ ਹੈ। ਪਰ ਮੈਂ ਇੱਥੇ ਹੁਣ ਪ੍ਰੋਪਰ ਪਾਵਰ ਰੂਲ ਲਗਾਵਾਂਗਾ, ਡਿਫਰੈਂਸ਼ੀਏਟ ਔਨ ਬੋਥ ਸਾਈਡ ਵਿਦ ਰਿਸਪੈਕਟ ਟੂ x, ਤਾਂ dy/dx ਕਿਹਦੇ ਇਕੁਅਲ ਆ ਜਾਣਾ ਰਾਜੇ, ਡੈਰੀਵੇਟਿਵ 1 plus x over 1 minus x ਦੀ ਪਾਵਰ 1/, ਪਹਿਲਾਂ ਕੀ ਹੋਣਾ ਪਾਵਰ ਰੂਲ ਲੱਗਣਾ, ਪਾਵਰ ਅੱਗੇ 1 plus x over 1 minus x ਦੀ ਪਾਵਰ ਕਿੰਨੀ ਆਣੀ 1/2 minus 1, ਪਾਵਰ 1 ਘਟਾ ਦੇਣੀ, ਪਾਵਰ ਰੂਲ ਆ ਗਿਆ, ਇਨਟੂ ਡੈਰੀਵੇਟਿਵ, ਪਾਵਰ ਛੱਡ ਦੋ ਅੰਦਰ ਜੋ ਵੀ ਹੈਗਾ 1 plus x over 1 minus x, ਠੀਕ ਹੈ ਜੀ। ਹੁਣ ਹਾਫ 1 plus x over 1 minus x ਦੀ ਪਾਵਰ ਕਿੰਨੀ ਬਚੀ ਮਾਈਨਸ ਦੇ 1/2, ਇਹਦੀ ਪਾਵਰ ਆ ਜਾਣੀ ਮਾਈਨਸ ਦੇ 1/2, ਐਲਸੀਐਮ ਲੈ ਲਓ ਜਾਂ ਕਹਿ ਲਓ ਕਿ ਹਾਫ ਦੇ ਵਿੱਚੋਂ 1 ਦੇ ਵਿੱਚੋਂ ਹਾਫ ਮਾਈਨਸ ਕੀਤਾ, ਹਾਫ ਰਹਿ ਜਾਣਾ ਤੇ ਵੱਡੀ ਰਕਮ ਵਾਲਾ ਸਾਈਨ ਲੱਗ ਗਿਆ, ਓਕੇ। ਇਹਦੇ ਤੇ ਕਿਹੜਾ ਰੂਲ ਲੱਗਣਾ u over v, u over v ਦਾ ਰੂਲ ਕੀ ਹੁੰਦਾ ਯਾਦ ਕਰੋ ਮਾੜਾ ਜਿਹਾ, b ਦਾ ਸਕੁਅਰ ਬਟੇ ਵਾਲੀ ਦਾ ਸਕੁਅਰ, ਵੈਰੀ ਗੁੱਡ। ਫਿਰ ਉਸ ਤੋਂ ਬਾਅਦ ਬਟੇ ਵਾਲੀ ਇਦਾਂ ਹੀ ਡੈਰੀਵੇਟਿਵ ਉੱਪਰ ਵਾਲੀ ਟਰਮ ਦਾ ਮਤਲਬ u ਦਾ ਮਾਈਨਸ ਆ ਜਾਂਦਾ ਵਿਚਕਾਰ, ਠੀਕ ਹੈ, ਤੇ u ਇਦਾਂ ਹੀ ਡੈਰੀਵੇਟਿਵ ਕਿਹਦਾ b ਦਾ ਬਟੇ ਵਾਲੀ ਦਾ, ਅੰਡਰਸਟੈਂਡ। ਉਹੀ ਰੂਲ ਇੱਥੇ ਲਗਾ ਦੇਣਾ, ਇਸ ਤਰ੍ਹਾਂ ਬ੍ਰੈਕਟ ਲਗਾ ਲਈਦੀ ਹੁੰਦੀ ਆ, ਤੇ ਫਿਰ ਇਹਦੇ ਤੇ ਜਿਹੜਾ ਰੂਲ ਬਣਦਾ ਇਹਦਾ ਲਗਾ ਦਿਓ 1 - x ਦਾ ਹੋਲ ਸਕੁਅਰ, 1 - x ਮਤਲਬ ਬਟੇ ਵਾਲੀ ਇਦਾਂ ਹੀ ਡੈਰੀਵੇਟਿਵ ਕਿਹਦਾ ਉੱਪਰ ਵਾਲੀ ਟਰਮ ਦਾ, ਵਿਚਕਾਰ ਸਾਈਨ ਕਿਹੜਾ ਮਾਈਨਸ ਦਾ, ਉੱਪਰ ਵਾਲੀ ਐਜ਼ ਇਟ ਇਜ਼ 1 + x ਐਜ਼ ਇਟ ਇਜ਼, ਡੈਰੀਵੇਟਿਵ ਕਿਹਦਾ ਬਟੇ ਵਾਲੀ ਦਾ, ਠੀਕ ਹੈ। ਤੇ ਆ ਬ੍ਰੈਕਟ ਬੰਦ ਇਕੁਅਲ ਟੂ ਹਾਫ ਐਜ਼ ਇਟ ਇਜ਼ 1 + x over 1 - x ਦਾ ਪਾਵਰ ਜਿਹੜੀ -1/2 ਉਹ ਐਜ਼ ਇਟ ਇਜ਼, ਇਹਨੂੰ ਉਲਟਾ ਕੇ ਪਲੱਸ ਦੀ ਵੀ ਲਿਖ ਸਕਦੇ ਆ,
पर मैं हाले उन्हां कंसैप्ट्स ते नहीं जा रहा हैगा, वो उदों जावांगे जदों प्रूफ करने वाले काम आउगे। ठीक है, आ चीज बटे वाली इदां ही 1 माइनस एक्स दा होल स्क्वायर इदां ही, आ देखो ध्यान नाल 1 माइनस एक्स इदां ही 1 माइनस एक्स एज इट इज। हुण आ इहदा डेरिवेटिव 1 दा डेरिवेटिव की हुंदा 0, एक्स दा डेरिवेटिव विद रिस्पेक्ट टू एक्स करते हैं 1 माइनस 1 प्लस एक्स एज इट इज, आ वाली टर्म एज इट इज, 1 दा डेरिवेटिव 0 ते एक्स दा डेरिवेटिव -1 आ गया डायरेक्ट बात। कई न्याणे कई बच्चे इस तरह इत्थे भी ये भी गलती कर जाते आ कि डेरिवेटिव देखो डी बाई डी एक्स लिख दिया, वो तो अगे जो टर्म ओदा डेरिवेटिव करना। कई बच्चे की करते हैं ये तो पिछली वाली टर्म का डेरिवेटिव कर देंगे, बैक गेयर नहीं करना है, बैक गेयर नहीं पाना हैगा, अगे नू ही जाना है। ठीक है जी, उस तो बाद थोड़ा जा सॉल्व कर लेने 1/2 ऐसे ही 1 प्लस एक्स ओवर 1 माइनस एक्स दी पावर माइनस दे 1/2 एज इट इज, नीचे जो भी सीगा 1 माइनस एक्स दा होल स्क्वायर, ब्रैकेट खोल दो 1 माइनस एक्स ते ऐ दी ब्रैकेट खोली माइनस आ -1 माइनस माइनस प्लस हो गया ते इत्थे क्या गया 1 प्लस एक्स जो सीगा एज इट इज रह गया, क्योंकि साइन प्लस दे नाल चेंज नहीं होने। आ एक्स ना एक्स कैंसल हो गई ते 1 प्लस 1 कितना हो गया 2। ठीक है, ते इहनूं गाहां सिंपलीफाई तुसीं खुद कर दिओ। ओके, ਇਹਦਾ ਸਕਰੀਨਸ਼ਾਟ ਲਵੋ। नेक्स्ट सम देखो राजी इस तरह का है। ਹੁਣ ਤੁਸੀਂ ਸੋਚ ਜਾਣੀ ਕਿ ਇਹ ਕੀ ਇਹ ਤਾਂ ਮਤਲਬ ਪਹਿਲੀ ਵਾਲੀ ਟਾਈਪ ਜਿਸ ਤਰ੍ਹਾਂ ਪਹਿਲਾ ਸਮ ਕੀਤਾ ਸੀ ਉਸੇ ਤਰ੍ਹਾਂ ਦਾ ਹੋ ਜਾਣਾ ਆ, ਪਰ ਇਹਦੇ ਵਿੱਚ ਫਰਕ ਹੈ ਰਾਜੀ ਥੋੜਾ ਜਿਹਾ ਕਿ ਮਤਲਬ y = एक्स स्क्वायर माइनस 2ax दी पावर 1/2 में ਇਹਦਾ ਕੱਲੇ ਦਾ ਪਾਵਰ 1/2 ਲਿਖਤਾ, ਇਹਦਾ ਅੰਡਰੂਟ ਮਤਲਬ ਵੱਖਰਾ ਲਿਖਤਾ। ਇਸ ਤਰ੍ਹਾਂ ਕਰਨ ਦਾ ਕਾਰਨ ਕੀ ਆ? ਠੀਕ ਆ, ਤੁਹਾਨੂੰ ਹਾਲੇ ਥੋੜੇ ਜਿਹਾ ਪ੍ਰੈਕਟਿਸ ਜਦੋਂ ਸਮ ਦੀ ਕਰੋਗੇ ਉਦੋਂ ਉਹ ਇਹ ਚੀਜ਼ਾਂ ਪਤਾ ਲੱਗਣੀਆਂ ਤੇ ਮੈਨੂੰ ਤੁਸੀਂ ਇਹਦੇ ਵਿੱਚ ਇਹੀ ਸੋਚਦੇ ਹੋਣੇ ਕਿ ਪਾਵਰ ਨੂੰ ਲਗਾ ਕੇ ਬਾਅਦ ਦੇ ਵਿੱਚ u और v ਨੂੰ ਲਗਾ ਦਾਂਗੇ। ਠੀਕ ਆ, ਹੋ ਉਸ ਤਰ੍ਹਾਂ ਵੀ ਜਾਣਾ ਆ, ਪਰ ਇਹਦੇ ਵਿੱਚ ਧਿਆਨ ਨਾਲ ਦੇਖੋ ਨੀਚੇ a² ਆ -2ab, ਕਿਤੇ x ਹੈਗਾ नीचे x ਤਾਂ ਹੈ ਹੀ ਨਹੀਂ, ਇਹਦਾ ਮਤਲਬ ਇਹ ਸਾਰੇ ਦੀ ਸਾਰੀ ਟਰਮ ਕੀ ਆ ਕਾਂਸਟੈਂਟ ਆ ਸਾਰੇ ਦਾ ਸਾਰਾ ਕੀ ਆ ਕਾਂਸਟੈਂਟ ਹੋ ਗਿਆ। ਜੇ ਕਾਂਸਟੈਂਟ ਆ ਫਿਰ ਇੱਥੇ u over v ਰੂਲ ਲਾਉਣ ਦਾ ਫਾਇਦਾ ਹੀ ਨਹੀਂ ਹੈਗਾ ਸਾਨੂੰ। ਠੀਕ ਆ, ਆਨਸਰ ਤਾਂ ਉਸ ਤਰ੍ਹਾਂ ਵੀ ਆ ਜਾਣਾ ਜੇ u over v ਰੂਲ ਲਗਾ ਕੇ ਵੀ ਕਰੋਗੇ, ਫਿਰ ਕਾਂਸਟੈਂਟ ਦਾ ਡੈਰੀਵੇਟਿਵ ਕੀ ਹੋ ਜਾਣਾ 0 ਹੋ ਜਾਣਾ। ਠੀਕ ਹੈ, ਹੁਣ ਇਹਨੂੰ ਮੈਂ ਆਪਣੇ ਤਰੀਕੇ ਨਾਲ ਕਰਦਾ, ਤੁਸੀਂ ਆਪਣੇ ਤਰੀਕੇ ਨਾਲ ਕਰਕੇ ਦੇਖ ਲਿਓ। ਡਿਫਰੈਂਸ਼ੀਏਟ ਵਿਦ ਰਿਸਪੈਕਟ ਟੂ x ਕਿੰਨਾ ਆ ਜਾਣਾ dy by dx ਐਜ਼ ਇਟ ਇਜ਼। ਆ ਜਿਹੜੀ ਟਰਮ ਆ ਕਾਂਸਟੈਂਟ ਜੇ ਬਟੇ ਦੇ ਵਿੱਚ ਹੋਵੇ ਚਾਹੇ ਮਲਟੀਪਲਾਈ ਦੇ ਵਿੱਚ ਹੋਵੇ, ਇਹ ਚੀਜ਼ ਬਾਹਰ ਆ ਜਾਂਦੀ ਸਿੱਧੀ ਸਿੱਧੀ। ਡੈਰੀਵੇਟਿਵ ਕਿਹਦਾ ਰਹਿ ਜਾਣਾ ਕੱਲੀ ਅੰਦਰ ਵਾਲੀ x ਵਾਲੀ ਟਰਮ ਦਾ, x² - 2ax ਦੀ ਪਾਵਰ 1/2। ਠੀਕ ਆ, ਤਾਂ dy by dx ਇਜ਼ ਇਕੁਅਲ ਟੂ ਕਿੰਨਾ ਹੈ ਨਾ 1 ਓਵਰ ਅੰਡਰਰੂਟ ਜੋ ਵੀ ਸੀਗਾ a² - 2ab ਐਜ਼ ਇਟ ਇਜ਼। ਇਹਦੇ ਤੇ ਪਾਵਰ ਰੂਲ ਲਗਾ ਦੋ, ਪਾਵਰ ਰੂਲ ਲਗਾਇਆ 1/2 ਅੱਗੇ x² - 2ax ਦੀ ਪਾਵਰ ਕਿੰਨੀ ਬਚੀ 1/2 - 1 ਇਨਟੂ ਡੈਰੀਵੇਟਿਵ ਪਾਵਰ ਛੱਡ ਦੋ ਅੰਦਰ ਵਾਲੀ ਟਰਮ ਦਾ, ਅੰਦਰ ਕੌਣ ਆ x² - ਦੇ 2ax। ਓਕੇ, ਤੇ ਇਹਦਾ ਮਤਲਬ ਕਿੰਨਾ ਆ ਗਿਆ 1 ਓਵਰ a² - ਦੇ 2ab ਤੇ 1/2 ਐਜ਼ ਇਟ ਇਜ਼ ਜੋ ਸੀਗਾ x² - 2ax। ਇਹਦੀ ਪਹਿਲਾ ਵਾਂਗੂ ਪਾਵਰ ਕਿੰਨੀ ਆ ਜਾਣੀ ਮਾਈਨਸ ਦੇ 1/2। ਠੀਕ ਹੈ ਜੀ, ਤੇ ਇਹਦਾ ਆਨਸਰ ਕਿੰਨਾ ਆ ਜਾਣਾ x² ਦਾ ਡੈਰੀਵੇਟਿਵ 2x। ਵੈਰੀ ਗੁੱਡ, x² ਦਾ ਡੈਰੀਵੇਟਿਵ 2x। ਜਿਹੜਾ 2ax ਆ ਉਹਦੇ ਵਿੱਚ ਉਹਦਾ ਦੇਖੋ ਧਿਆਨ ਨਾਲ ਡੈਰੀਵੇਟਿਵ ਜਦੋਂ ਕਰਨਾ 2a ਦਾ ਕਾਂਸਟੈਂਟ ਆ, ਡੈਰੀਵੇਟਿਵ ਕਿਹਦਾ ਰਹਿ ਜਾਣਾ ਕੱਲਾ ਹੀ x ਦਾ, ਤੇ x ਦਾ ਡੈਰੀਵੇਟਿਵ ਕਿੰਨਾ ਹੁੰਦਾ 1। ਮਤਲਬ ਇਹਦਾ ਆਨਸਰ ਕਿੰਨਾ ਆ ਜਾਣਾ 2a ਮਾਈਨਸ ਦੇ 2a। ਠੀਕ ਹੈ ਜੀ, बढ़िया। तो हम इथों तुसी 2 कॉमन ले सकते हैं, 2 कॉमन लैके इस 2 ना कैंसल कर सकते हैं ते एदी पावर ऊपर माइनस दी इहनू थल्ले ले आके प्लस दी लिख सकते हैं, रूट दी फॉर्म च लिख सकते हैं। वो सिंपलीफाई तुसी खुद कर लेना, मेरे अकॉर्डिंग इत्थे तक सम हो चुका है। ओके, इहदा स्क्रीनशॉट ले लो। होर 1-2 सम होर करते हैं, बाकी नैक्सट वीडियो दे विच करांगे।
ਦੇਖੋ ਨੈਕਸਟ ਸਮ ਆ ਸਾਡੇ ਕੋਲ 3x plus 1 ਓਵਰ ਦੇ ਵਿੱਚ ਅੰਡਰ 3x ਸਕੁਅਰ plus 2x। ਹੁਣ ਇਹਦੇ ਵਿੱਚ ਨਾ ਤਾਂ ਕੋਈ ਪਾਵਰ ਸਿੱਧੀ ਆ, ਇਹਦਾ ਮਤਲਬ ਇਹਦੇ ਵਿੱਚ ਕਿਹੜਾ ਫਾਰਮੂਲਾ ਲੱਗੇਗਾ ਡੈਰੀਵੇਟਿਵ ਕਰਨ ਦੇ ਲਈ? ਜਲਦੀ ਬੋਲੋ। u over b। ਵੈਰੀ ਗੁੱਡ। u over b ਦਾ ਡੈਰੀਵੇਟਿਵ ਕੀ ਹੋਊਗਾ? b ਦਾ ਸਕੁਅਰ ਐਜ਼ ਇਟ ਇਜ਼ ਬਟੇ ਵਾਲੇ ਦਾ b ਐਦਾਂ ਹੀ ਡੈਰੀਵੇਟਿਵ ਕਿਹਦਾ? ਉੱਪਰ ਵਾਲੀ ਟਰਮ ਦਾ ਮਤਲਬ u ਦਾ, ਵਿਚਕਾਰ ਸਾਈਨ ਕਿਹੜਾ? ਮਾਈਨਸ ਦਾ, ਫਿਰ u ਐਦਾਂ ਹੀ ਡੈਰੀਵੇਟਿਵ ਕਿਹਦਾ? ਬਟੇ ਵਾਲੀ ਦਾ। ਠੀਕ ਹੈ ਜੀ, ਆ ਚੀਜ਼। ਹੁਣ ਇਹੀ ਰੂਲ ਆਪਾਂ ਇੱਥੇ ਅਪਲਾਈ ਕਰਾਂਗੇ। ਡਿਫਰੈਂਸ਼ੀਏਟ ਔਨ both side with respect to x, dy by dx is equal to derivative 3x plus 1 over under root 3x square plus 2x। आ चीज है। ਹੁਣ देखो u और v रूल लगाओ। u और v बटे वाली जो भी टर्म सीगी 3x स्क्वायर प्लस 2x ਦੀ ਪਾਵਰ ਕਿੰਨੀ ਆ ਗਈ? ठीक है, स्केयर दे नाल रूट कैंसिल हो जाना नाल ही। फिर बटे वाली इदां ही मतलब 3x स्क्वायर प्लस दा 2x एज इट इज डेरिवेटिव केदा? ऊपर वाली टर्म दा। ऊपर कौन आ? 3x प्लस 1, विचकार साइन केड़ा लगना? माइनस दा। ठीक है, फिर ऊपर वाली टर्म एज इट इज 3x प्लस 1 इदां ही डेरिवेटिव केदा? नीचे वाली दा। नीचे वाली केड़ी आ? अंडर रूट ऑफ 3x स्क्वायर प्लस दे 2x। ठीक है जी, चलो दसो फिर की बनया ये? 3x स्क्वायर प्लस 2x ही नीचे बचा 1। ठीक है, क्योंकि ਇਹਦੀ ਪਾਵਰ रूट ਦੇ ਨਾਲ कैंसिल हो गई ਸੀਗੀ। ਉੱਪਰ ਕੀ ਬਚਿਆ? 3x स्क्वायर प्लस ਦੇ 2x ਆ ਐਜ਼ ਇਟ ਇਜ਼ ਇਨਟੂ ਡੈਰੀਵੇਟਿਵ ਇਹਦਾ ਡੈਰੀਵੇਟਿਵ ਕੀ ਜਾਣਾ? 3 ਕਾਂਸਟੈਂਟ ਆ, 3 ਦਾ ਡੈਰੀਵੇਟਿਵ 3 ਤੇ ਇਫੈਕਟ ਨਹੀਂ ਪੈਣਾ ਡੈਰੀਵੇਟਿਵ ਦਾ। x ਦਾ ਡੈਰੀਵੇਟਿਵ 1, 3 into 1 ਤੇ 1 ਦਾ ਡੈਰੀਵੇਟਿਵ ਕਾਂਸਟੈਂਟ ਆ, ਡੈਰੀਵੇਟਿਵ 0 ਹੋ ਜਾਣਾ। ਵੈਰੀ ਗੁੱਡ। ਮਾਈਨਸ ਹੁਣ ਤੁਹਾਨੂੰ ਉਮੀਦ ਆ ਮੈਨੂੰ ਕਿ ਤੁਹਾਨੂੰ ਸਵਾਲ ਆਪਣੇ ਆਪ ਤੁਸੀਂ ਕਰ ਸਕਦੇ ਆ। 3x plus 1 as it is ਇਹਦੇ ਤੇ ਕਿਹੜਾ ਰੂਲ ਲਗਾਉਂਗੇ? ਇਹਦੇ ਤੇ ਹੁਣ ਮੈਂ ਸਿੱਧਾ ਅੰਡਰ ਰੂਟ ਵਾਲਾ ਰੂਲ ਲਗਾਉਣ ਲੱਗਾ। ਅੰਡਰ ਰੂਟ ਆਫ u, ਅੰਡਰ ਰੂਟ ਆਫ u ਕਿਹਦੇ ਕੋਲ ਹੋਗਾ? 1 over 2 root u into डेरिवेटिव जो भी टर्म हैगी आ, मतलब ਇਹਦਾ ਕਿੰਨਾ ਆਣਾ? 1 over 2 रूट ਦੇ ਵਿੱਚ ਜੋ ਵੀ ਸੀਗਾ 3x square plus 2x into डेरिवेटिव ਕਿਹਦਾ? 3x square plus 2x ਦਾ। ਆ ਚੀਜ਼ ਸਾਹਮਣੇ ਲੱਗ ਗਈ ਹੋਣੀ ਆ। ओके, नेक्स्ट देखो 3x स्क्वायर प्लस दे 2x एज इट इज जो सीगे अंडर रूट ऑफ 3x स्क्वायर प्लस दे 2x एज इट इज ते ਇਹਦਾ ਆਨਸਰ ਕਿੰਨਾ ਆ ਗਿਆ? 3 into 1 3 माइनस ਇਹਦਾ 3x plus 1 ਐਦਾਂ ਹੀ ओवर ਦੇ ਵਿੱਚ ਇਹਦੇ ਕੀ ਆ? 3x plus 1 over 2 of under root 3x square plus ਦੇ 2x into डेरिवेटिव और टर्म ਦਾ ਕੀ ਆਊਗਾ? ਹੁਣ ਧਿਆਨ ਨਾਲ ਸਮਝਿਓ। 3 ਫਿਰ ਕਾਂਸਟੈਂਟ ਹੈ ਤੇ डेरिवेटिव ਦਾ ਕੋਈ ਇਫੈਕਟ ਨਹੀਂ। x square ਦਾ डेरिवेटिव ਕਿੰਨਾ ਆ ਜਾਣਾ? 2x। ਵੈਰੀ ਗੁੱਡ। x square ਦਾ डेरिवेटिव 2x, 3 into 2 मतलब 6x ਬਣ ਗਿਆ प्लस 2 ਫਿਰ ਕਾਂਸਟੈਂਟ ਆ, ਉੱਥੇ डेरिवेटिव ਦਾ ਕੋਈ ਇਫੈਕਟ ਨਹੀਂ। x ਦਾ डेरिवेटिव ਕਿੰਨਾ ਆ ਜਾਣਾ? 1, मतलब ਇਹਦਾ ਕਿੰਨਾ ਆ ਜਾਣਾ? 2 into 1। ਓਕੇ, ਹੁਣ ਅੱਗੇ ਸੋਲਵ ਤੁਹਾਡੇ ਹਿੰਮਤ ਆ ਕਿ ਤੁਸੀਂ ਕਿੰਨਾ ਕੁ ਸੋਲਵ ਇਹਨੂੰ ਕਰ ਸਕਦੇ ਆ। ਇਹਦਾ ਸਕਰੀਨਸ਼ਾਟ ਇੱਕ ਵਾਰੀ ਲੈ ਲਓ ਤਾਂ ਕਿ ਸਵਾਲ ਤੁਹਾਨੂੰ ਸੌਖਾ ਬਾਅਦ ਦੇ ਵਿੱਚ ਕਰਨਾ ਹੋ ਜੇ। ਠੀਕ ਹੈ, ਉਸ ਤੋਂ ਬਾਅਦ ਦੇਖੋ ਇਹਦੇ ਆਪਾਂ ਐਲਸੀਐਮ ਲੈ ਕੇ ਹੁਣ ਮੈਂ ਤੁਹਾਨੂੰ ਇੱਕ ਸਮ ਸੋਲਵ ਕਰਕੇ ਦੱਸਣ ਲੱਗਾ ਕਿ ਇਹਨੂੰ ਸੋਲਵ ਕਿਸ ਤਰ੍ਹਾਂ ਕੀਤਾ ਜਾ ਸਕਦਾ। ਆ ਜਿਹੜੀ ਟਰਮ ਆ ਇਹਦੇ ਓਵਰ ਚ ਥੋੜੀ ਆ, ਇਹਦਾ ਲੈ ਲਓ ਐਲਸੀਐਮ ਲਿਆ ਤੇ ਇੱਥੇ ਕੀ ਬਣ ਗਿਆ? ਅੰਡਰ 3x ਸਕੁਅਰ plus 2x। ਇਹਦੇ ਨਾਲ ਜਦੋਂ ਮਲਟੀਪਲਾਈ ਹੋਈ ਆ ਵੀ ਉਹੀ ਟਰਮ ਆ, ਇਹ ਵੀ ਉਹੀ ਟਰਮ ਆ, 2 ਵੀ ਤੇ ਇਹਦੇ ਨਾਲ ਕੀ ਆ ਜਾਣਾ? ਹੋਲ ਸਕੁਅਰ।
ठीक है जी। ਜਾਂ ਫਿਰ ਇਸ ਤਰ੍ਹਾਂ ਕਰ ਲਓ ਕਿ ਇੱਥੇ ਆ ਜਿਹੜਾ ਸੀਗਾ 6 ਸੀਗਾ ਤੇ 2 ਸੀਗਾ, ਇਹਦੇ ਵਿੱਚੋਂ 2 ਕਾਮਨ ਲੈ ਕੇ, ਜਦੋਂ 2 ਕਾਮਨ ਲਿਆ ਤੇ ਇੱਥੇ ਆ ਗਿਆ 3x ਤੇ ਇੱਥੇ ਇਕੱਲਾ ਹੀ 1 ਬਚਿਆ, ਉਹ 2 ਇਹਦੇ ਅੱਗੇ ਆ ਜਾਣਾ, 2 ਨਾਲ 2 ਕੈਨਸਲ ਹੋ ਜਾਣੇ। ਮਤਲਬ ਇਹ ਆ ਗਿਆ, ਧਿਆਨ ਨਾਲ ਦੇਖੋ, ਆਹੀ ਇਕੱਲਾ ਸੀਗਾ ਬਟੇ ਦੇ ਵਿੱਚ, ਇਹ ਵੀ ਉਹੀ ਟਰਮ ਆ, ਇਹ ਵੀ ਉਹੀ ਟਰਮ ਆ, 3x² + 2x ਦਾ ਰੂਟ, 3x² + 2x ਦਾ ਰੂਟ, मतलब वही रह गया 3x² + 2x ਦਾ रूट, ਨਾਲ ਇਹਦਾ ਹੋ ਗਿਆ ਸਕੁਅਰ, ਨਾਲ 3 ਆ ਗਿਆ ਮਲਟੀਪਲਾਈ ਚ, ਮਾਈਨਸ ਦੇ ਵਿੱਚ ਕੀ ਆ ਗਿਆ 3x + 1 into 3x + 1, ठीक है जी, 3x + 1 मतलब 3x + 1, 3x + 1 ਕੀ ਬਣ ਗਿਆ ਇਹਦਾ ਹੋਲ ਸਕੁਅਰ ਲਿਖ ਸਕਦੇ ਆ। ओवर ਦੇ ਵਿੱਚ ਦੇਖੋ ਹੁਣ ਕੀ ਬਣਿਆ, ਧਿਆਨ ਨਾਲ ਸਮਝੋ, ਆ ਸਕੁਅਰ ਨਾਲ ਰੂਟ ਕੈਨਸਲ ਕਰ ਲੈਣਾ, ਆ ਜਿਹੜੀ ਟਰਮ ਆ ਇਹਦੇ ਐਲਸੀਐਮ ਚ ਬਣਨਾ ਸੀਗਾ, ਇਹਨੇ ਇੱਥੇ ਬਣਨਾ ਸੀਗਾ, ਮਤਲਬ ਇੱਥੇ ਬਣਨਾ ਸੀਗਾ 3x² + 2x, ਆ ਚੀਜ਼ ਬਣਨੀ ਸੀ, ਪਰ ਇਹਨੂੰ ਮੈਂ ਜਿਹੜਾ ਗਵਲੇ ਬਟੇ ਦੇ ਵਿੱਚ ਟਰਮ ਹੁੰਦੀ ਉਹਨੂੰ ਉਹ ਕਿੱਥੇ ਚੱਲ ਜਾਂਦੀ ਹੈ ਨੀਚੇ ਜਾ ਕੇ ਕਿੰਨਾ ਕੀ ਹੋ ਜਾਣਾ ਮਲਟੀਪਲਾਈ 3x + 2x ਤੇ ਨਾਲ 3x² + 2x ਦਾ ਰੂਟ, ਆ ਵੀ ਦੇਖੋ ਉਹੀ ਟਰਮ ਆ, ਇਹ ਵੀ ਉਹੀ ਟਰਮ ਆ, ਜੇ ਦੋਨੇ ਟਰਮਾਂ ਸੇਮ ਆ ਤਾਂ ਰਾਜੇ ਫਿਰ ਇਹਨਾਂ ਦਾ ਕੀ ਹੋ ਜਾਣਾ ਆ ਪਾਵਰ ਸੇਮ, ਬੇਸ ਸੇਮ, ਪਾਵਰਸ ਐਡ ਵਾਲਾ ਕਨਸੈਪਟ ਲੱਗ ਜਾਣਾ। ਮਤਲਬ ਜਿਹੜਾ ਅੰਡਰਰੂਟ ਆ ਉਹਦੀ ਜਗ੍ਹਾ ਮੈਂ ਲਿਖ ਸਕਦਾ ਆ, ਧਿਆਨ ਨਾਲ ਦੇਖੋ, ਅੰਡਰਰੂਟ ਦੀ ਜਗ੍ਹਾ ਲਿਖ ਸਕਦਾ ਪਾਵਰ 1/2 ਤੇ ਇਹਦੀ ਪਾਵਰ 1, ਜਦੋਂ 1 + 1/2 ਕੀਤਾ ਕਿੰਨਾ ਆ ਜਾਣਾ ਐਲਸੀਐਮ ਲੈ ਕੇ 2 + 1/2 ਮਤਲਬ 3/2, ਓਕੇ, मतलब इत्थे कितना आ जाना 3x² + 2x, ਅੱਗੇ ਆ ਜਾਣਾ 3 - 3x + 1 ਦਾ ਹੋਲ ਸਕੁਅਰ। ਜ਼ਿਆਦਾ ਸਿੰਪਲੀਫਾਈ ਕਰਨ ਦੀ ਲੋੜ ਨਹੀਂ ਹੈਗੀ, ਤੇ ਆ ਵੀ ਮੈਂ ਤੁਹਾਨੂੰ ਮਤਲਬ ਸਮਝਾ ਰਿਹਾ ਹਾਂ ਕਿ ਸਿੰਪਲੀਫਾਈ ਕਰਨਾ ਜੇ ਨਹੀਂ ਹੁੰਦਾ ਹੈਗਾ ਤਾਂ ਫਿਰ ਤੁਸੀਂ ਉੱਥੇ ਵੀ ਛੱਡ ਸਕਦੇ ਹੋ, ਕਿਉਂਕਿ ਇੱਥੇ ਕਿਹੜਾ ਪ੍ਰੂਫ ਕਰਨਾ ਕਿਹਾ ਆ, ਇਹਦੀ ਪਾਵਰ ਕਿੰਨੀ ਹੈਗੀ 3/2। ਉਦਾਂ ਤੁਸੀਂ ਫਰਦਰ ਸਿੰਪਲੀਫਾਈ ਕਿੱਦਾਂ ਕਰ ਸਕਦੇ ਆ, ਇਹਦਾ ਹੋਲ ਸਕੁਅਰ ਕਰਕੇ, ਠੀਕ ਆ, ਫਿਰ ਇਹਨੂੰ ਸੋਲਵ ਕਰ ਸਕਦੇ ਆ, ਪਰ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਜੇ ਪ੍ਰੂਫ ਕਰਨਾ ਹੈ ਫਿਰ ਪ੍ਰੋਬਲਮ ਹੈ। ਓਕੇ, ਹੁਣ ਇੱਕ ਸਮ ਹੋਰ ਕਰਨਾ ਬਸ ਲਾਸਟ ਅੱਜ ਦਾ। ਨੈਕਸਟ ਸਮ ਦੇਖੋ ਰਾਜੇ, ਇਹਦੇ ਵਿੱਚ ਤੁਸੀਂ ਜਦੋਂ ਇਹਨੂੰ ਦੇਖੋਗੇ ਤਾਂ ਤੁਹਾਨੂੰ ਲੱਗਣਾ ਹੈ ਕਿ ਅਸੀਂ ਇਹਦੇ ਵਿੱਚ ਕੀ ਕਰੀਏ ਕਿ e ਦੀ ਪਾਵਰ ਦਾ ਰੂਲ ਲਗਾ ਦਈਏ, ਪਰ e ਦੀ ਪਾਵਰ ਦਾ ਰੂਲ ਜਦੋਂ log ਤੇ e ਦੋਨੇ ਕੈਨਸਲ ਇਕੱਠੇ ਆ ਜਾਣ ਤਾਂ e ਦੀ ਪਾਵਰ ਜੇ log x ਹੋਵੇ ਤਾਂ ਇਹ ਪਹਿਲੇ ਕੱਟ ਦੇਣੇ ਆ ਤੇ ਇਹਦਾ ਆਨਸਰ ਕਿੰਨਾ ਆ ਜਾਣਾ x ਆ ਜਾਣਾ। ਮਤਲਬ ਇਹ log ਤੇ ਐਕਸਪੋਨੈਂਸ਼ੀਅਲ ਫੰਕਸ਼ਨ ਦੋਨੇ ਇੱਕ ਦੂਜੇ ਦੇ ਐਂਟੀ ਹੁੰਦੇ ਆ, ਮਤਲਬ ਇੱਕ ਦੂਜੇ ਨੂੰ ਕੱਟ ਸਕਦੇ ਆ। ਕਹਿਣ ਦਾ ਭਾਵ ਕੀ ਹੈ, ਜੇ log e ਹੋਵੇ ਤਾਂ ਉਹਦਾ ਆਨਸਰ ਕਿੰਨਾ ਹੁੰਦਾ 1 ਹੁੰਦਾ ਆ। ਇੱਥੇ e ਦੀ ਪਾਵਰ log ਹੋਵੇ ਤਾਂ ਫਿਰ ਕੀ ਹੋ ਜਾਣਾ e ਤੇ log ਕੈਨਸਲ ਹੋ ਜਾਣੇ, ਬਚਣਾ ਕੀ ਕੱਲਾ ਹੀ x ਬਚਣਾ। ਉਹੀ ਆਪਾਂ ਇੱਥੇ ਕਰਾਂਗੇ, ਇਹਦਾ ਮਤਲਬ ਸਿਰਫ y ਸਾਡੇ ਕੋਲ ਕੀ ਰਹਿ ਗਿਆ x ਪਲੱਸ ਜੋ ਅੰਦਰ ਸੀਗਾ e ਤੇ log ਕੈਨਸਲ ਹੋ ਗਏ, ਮਤਲਬ ਪੇਪਰ 'ਚ ਤੁਸੀਂ ਇਦਾਂ ਕੱਟਣੇ ਨਹੀਂ ਹੈਗੇ, ਬਸ ਜਸਟ ਏਦਾਂ ਹੀ ਲਿਖ ਦੇਣੇ ਆ ਸਿੱਧੇ ਥੱਲੇ। ਕੱਟਣ ਦਾ ਮੈਂ ਤੁਹਾਡੇ ਲਈ ਆ ਕਿ ਤੁਹਾਨੂੰ ਸਮਝ ਲੱਗ ਜਾਏ, x ਪਲੱਸ ਅੰਡਰਰੂਟ x² ਪਲੱਸ a², ਕੱਲਾ ਮਤਲਬ ਆ ਚੀਜ਼ ਬਚੀ ਆ। ਹੁਣ ਇਹਦਾ ਡੈਰੀਵੇਟਿਵ ਕਰ ਦੇਣਾ, ਡਿਫਰੈਂਸ਼ੀਏਟ ਔਨ ਬੋਥ ਸਾਈਡ ਵਿਦ ਰਿਸਪੈਕਟ ਟੂ x, ਵੈਰੀ ਵੈਰੀ ਇੰਪੋਰਟੈਂਟ ਸਮ ਆ ਇਹ। ਤਾਂ dy/dx ਇਜ਼ ਇਕੁਅਲ ਟੂ ਕੀ ਆ ਜਾਣਾ ਡੈਰੀਵੇਟਿਵ ਇਹਦਾ x ਪਲੱਸ ਅੰਡਰਰੂਟ ਆਫ x² ਪਲੱਸ a², ਠੀਕ ਹੈ। ਹੁਣ x ਦਾ ਡੈਰੀਵੇਟਿਵ 1 ਪਲੱਸ ਅੰਡਰਰੂਟ ਵਾਲੀ ਟਰਮ ਦਾ ਡੈਰੀਵੇਟਿਵ 1/2 ਅੰਡਰਰੂਟ x² ਪਲੱਸ a², ਆ ਚੀਜ਼ ਆ ਗਈ, ਠੀਕ ਹੈ। ਧਿਆਨ ਨਾਲ ਸਮਝੋ, ਇਨਟੂ ਡੈਰੀਵੇਟਿਵ ਕੱਲਾ ਹੀ x² ਪਲੱਸ a² ਦਾ। ਹੁਣ ਇੱਥੇ ਧਿਆਨ ਨਾਲ ਸਮਝੋ ਕਨਸੈਪਟ ਕੀ ਆ, x ਦਾ ਡੈਰੀਵੇਟਿਵ 1 ਆ ਗਿਆ, ਠੀਕ ਹੈ, ਪਲੱਸ ਆ ਜਿਹੜੀ ਟਰਮ ਸੀਗੀ ਅੰਡਰਰੂਟ ਵਾਲਾ ਪਹਿਲੇ ਵਾਲਾ ਜੋ ਪਿਛਲੇ ਸਮ ਦੇ ਵਿੱਚ ਰੂਲ ਲਗਾਇਆ ਸੀ ਉਹੀ ਵਾਲਾ ਲਗਾਇਆ 1/2 ਰੂਟ ਦੇ ਅੰਦਰ ਜੋ ਵੀ ਹੈਗਾ, ਠੀਕ ਹੈ, ਉਹ ਲਿਖਤਾ ਇਨਟੂ ਡੈਰੀਵੇਟਿਵ ਕੱਲਾ x² ਪਲੱਸ a² ਦਾ ਰੂਟ ਛੱਡ ਦਿੱਤਾ x² ਪਲੱਸ a² ਦਾ। ਹੁਣ ਇੱਥੇ ਇੱਕ ਗੱਲ ਹੋਰ ਨੋਟ ਕਰਨੀ ਹੈ ਕਿ ਇੱਥੇ ਜ਼ਿਆਦਾਤਰ ਗਲਤੀ ਕੀ ਹੁੰਦੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਨਿਆਣੇ ਕੀ ਕਰਦੇ ਇੱਥੇ ਇਸ ਤਰ੍ਹਾਂ ਬ੍ਰੈਕਟ ਲਗਾ ਕੇ ਆਹ ਚੀਜ਼ ਕਰ ਦਿੰਦੇ ਆ, ਪਰ ਇਹ ਅਸਲ ਦੇ ਵਿੱਚ ਬ੍ਰੈਕਟ ਇੱਥੇ ਨਹੀਂ ਲੱਗਣੀ ਹੈਗੀ। ਕਿਉਂ
ਕਿਉਂਕਿ ਇਹ ਸਿਰਫ ਔਰ ਸਿਰਫ ਕਿਹਦੇ ਨਾਲ ਮਲਟੀਪਲਾਈ ਹੋਣਾ, ਇਸ ਟਰਮ ਨਾਲ ਹੋਣਾ, ਇੰਨੀ ਨਾਲ, 1 ਦੇ ਨਾਲ ਨਹੀਂ ਹੈਗਾ, ਕਿਉਂਕਿ 1 ਦੇ ਨਾਲ ਤੇ ਇਹਦਾ ਕੋਈ ਰਿਲੇਸ਼ਨ ਹੀ ਨਹੀਂ ਹੈਗਾ। ਸਿਰਫ ਔਰ ਸਿਰਫ ਕੀ ਆ, ਆਹ ਵਾਲੀ ਟਰਮ ਇਨਟੂ ਡੈਰੀਵੇਟਿਵ ਇਹਦਾ ਨਾਲ ਇਹਦੇ ਗੱਲੇ ਦੇ ਮਲਟੀਪਲਾਈ ਹੋਣਾ ਆ। ਇੱਥੇ ਗਲਤੀ ਹੋ ਜਾਂਦੀ ਆ, ਇਸ ਕਰਕੇ ਇਸ ਚੀਜ਼ ਦਾ ਖਿਆਲ ਰੱਖਣਾ ਆ। ਤੇ ਹੁਣ ਰੂਲ ਬਾਕੀ ਜੋ ਉਹਦੇ ਤੇ ਲੱਗਣਾ ਹੀ ਆ, 1/2 ਰੂਟ x ਸਕੁਅਰ ਪਲੱਸ a ਸਕੁਅਰ, x ਸਕੁਅਰ ਦਾ ਡੈਰੀਵੇਟਿਵ ਵੈਰੀ ਗੁੱਡ 2x, a ਸਕੁਅਰ ਕਾਂਸਟੈਂਟ ਆ, ਡੈਰੀਵੇਟਿਵ 0। ਜ਼ਿਆਦਾਤਰ ਨਿਆਣੇ ਗਲਤੀ ਕੀ ਕਰਦੇ ਆ, a ਸਕੁਅਰ ਦਾ ਡੈਰੀਵੇਟਿਵ 2a ਲਿਖਦੇ ਆ, ਗਲਤ ਆ, ਕਿਉਂਕਿ a ਸਕੁਅਰ a ਕੀ ਆ, ਕਾਂਸਟੈਂਟ ਆ, ਉਹਦਾ ਸਕੁਅਰ ਵੀ ਕਾਂਸਟੈਂਟ ਆ, ਉੱਤੇ ਰੂਲ ਨਹੀਂ ਲਗਾਉਣ ਦੀ ਲੋੜ। ਠੀਕ ਹੈ ਜੀ, ਆਹ ਚੀਜ਼ ਪਤਾ ਲੱਗ ਗਈ ਇੱਥੇ ਤੱਕ। ਫਿਰ ਉਸ ਤੋਂ ਬਾਅਦ ਕੀ ਕਰਨਾ ਆ, 1 plus 1/2 ਅੰਡਰਰੂਟ x ਸਕੁਅਰ ਪਲੱਸ a ਸਕੁਅਰ, ਆ ਜਿਹੜਾ ਆ ਇਹਨੂੰ ਲਿਖ ਦੋ ਇੱਥੇ 2x, ਆ 2 ਨਾਲ 2 ਕੈਨਸਲ ਹੋ ਜਾਣੇ। ਬੜੀ ਹੱਦ ਤੋਂ ਬਾਅਦ ਐਲਸੀਐਮ ਲੈ ਸਕਦੇ ਆ, ਐਲਸੀਐਮ ਲਾਉਂਗੇ ਤਾਂ ਤੁਹਾਡੇ ਕੋਲ ਕੀ ਆ ਜਾਣਾ, ਅੰਡਰਰੂਟ ਆਫ x ਸਕੁਅਰ ਪਲੱਸ a ਸਕੁਅਰ, ਇੱਥੇ ਕੀ ਆ ਜਾਣਾ, ਅੰਡਰਰੂਟ ਆਫ x ਸਕੁਅਰ ਪਲੱਸ a ਸਕੁਅਰ ਪਲੱਸ ਦਾ that is your answer। ਹੁਣ ਰਾਜੇ ਜਿੰਨੇ ਵੀ ਅੱਜ ਸਮ ਕੀਤੇ, ਮੈਂ ਹਰ ਇੱਕ ਸਮ ਜਿਹੜਾ ਹੈ ਡਿਫਰੈਂਟ ਟਾਈਪਸ ਦਾ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਇਹਦੇ ਨਾਲ ਦੇ ਸਮ ਜਿਹੜੇ ਆ ਤੁਹਾਡੇ ਮੈਥ ਦੇ ਵਿੱਚ ਹੋਣੇ ਬੁੱਕ ਦੇ ਵਿੱਚ, ਤੁਸੀਂ ਉਹ ਆਪ ਟਰਾਈ ਕਰਨੇ ਆ। ਇਨ ਕੇਸ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਆ। ਉਮੀਦ ਹੈ ਕਿ ਅੱਜ ਦਾ ਟੌਪਿਕ ਤੁਹਾਨੂੰ ਸਮਝ ਲੱਗਾ ਹੋਣਾ। ਇੱਕ ਗੱਲ ਦੱਸ ਦਿੰਦਾ ਕਿ ਡੈਰੀਵੇਟਿਵ ਦਾ ਇਹ ਹੁੰਦਾ ਹੈ ਕਿ ਜਿੰਨੇ ਤੁਸੀਂ ਸਮ ਦੀ ਪ੍ਰੈਕਟਿਸ ਜਿੰਨੀ ਵੱਧ ਤੋਂ ਵੱਧ ਕਰੋਗੇ ਉਨੇ ਜ਼ਿਆਦਾ ਇਹ ਈਜ਼ੀ ਹੋ ਜਾਣੇ ਆ, ਉਨੇ ਜ਼ਿਆਦਾ ਸਕੋਰਿੰਗ ਹੋ ਜਾਣਾ ਹੈ। ਮੈਂ ਲਾਸਟ ਵੀਡੀਓ ਦੇ ਵਿੱਚ ਵੀ ਇਹ ਚੀਜ਼ ਦੱਸੀ ਸੀਗੀ, ਹੁਣ ਫੇਰ ਦੱਸ ਦਿੰਦੇ ਆ ਕਿ ਇਹ ਡੈਰੀਵੇਟਿਵ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਕਿ ਲਗਭਗ ਤੁਹਾਡਾ 50% ਤੋਂ ਅਬਵ ਜਿਹੜਾ ਸਿਲੇਬਸ ਆ ਮੈਥ ਦਾ ਉਹ ਇਹਦੇ ਨਾਲ ਜੁੜਿਆ ਹੋਇਆ ਆ, ਇਹਦੇ ਨਾਲ ਹੀ ਜੁੜਿਆ ਹੋਇਆ ਆ। ਤੇ ਨਾਲ ਦੀ ਨਾਲ ਜਿਹੜੇ ਫਿਜ਼ਿਕਸ ਪੜ੍ਹਨ ਵਾਲੇ ਬੱਚੇ ਆ ਉਹਨਾਂ ਦਾ ਫਿਜ਼ਿਕਸ ਵੀ ਇਹਦੇ ਨਾਲ ਜੁੜਿਆ ਹੋਇਆ ਆ। ਓਕੇ।